ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ। ਹਰ ਸਿੰਘਾਸਣ ਦਿਓ ਸ੍ਰੀ ਗੁਰ ਤੈ ਬਿਠਾਇਓ। ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜਪਹਿ। ਆਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ। ਕਾਟੇ ਸੋ ਪਾਪ ਤਿਨ ਨਰਹੁ ਕੇ ਗੁਰ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਮਹਾਰਾਜ ਨੇ ਕਿਰਪਾ ਕਰਕੇ ਸਾਧ ਸੰਗਤ ਦੀਆਂ ਅਨਮੋਲ ਘੜੀਆਂ ਸਾਨੂੰ ਬਖਸ਼ੀਆਂ ਹਨ। ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਪਿਆਰ ਅਦਬ ਦੇ ਨਾਲ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦਾ ਹੁਕਮਨਾਮਾ ਸਾਹਿਬ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਹਨਾਂ ਦੀ ਮਿੱਠੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਰਾਗ ਸੂਹੀ ਦੇ ਅੰਦਰ 747 ਅੰਗ ਤੋਂ ਆਰੰਭ ਹੋ ਕੇ 748 ਅੰਗ ਤੇ ਸੰਪੂਰਨ ਹੁੰਦਾ ਹੈ। ਇਹ ਹੁਕਮਨਾਮਾ ਸਾਹਿਬ ਅਤੇ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਜੋਤੀ ਜੋਤ ਦਿਵਸ ਹੈ। 1581 ਈਸਵੀ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਦਿਨ ਜੋਤੀ ਜੋਤ ਸਮਾਏ ਸਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਸੋ ਉਸ ਦਾ ਜੋ ਇਤਿਹਾਸ ਹੈ, ਹੁਕਮਨਾਮਾ ਸਾਹਿਬ ਦੀ ਵਿਚਾਰ ਤੋਂ ਉਪਰੰਤ ਗੁਰੂ ਕਿਰਪਾ ਦੁਆਰਾ ਉਸ ਦੀ ਵੀ ਸਾਂਝ ਪਾਈ ਜਾਵੇਗੀ। ਸੋ ਆਓ ਪ੍ਰਥਮ ਹੁਕਮਨਾਮਾ ਸਾਹਿਬ ਦੇ ਅਰਥ ਆਪਾਂ ਸਮਝੀਏ। ਸੂਹੀ ਮਹੱਲਾ ਪੰਜਵਾ। ਰਾਗ ਸੂਹੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਫਰਮਾਉਂਦੇ ਨੇ, ਕਰਮ ਧਰਮ ਪਾਖੰਡ ਜੋ ਦਿਸਹਿ ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਨੇ ਕਿ
ਇਨਸਾਨ ਆਪਣੀ ਜ਼ਿੰਦਗੀ ਵਿੱਚ ਧਰਮ ਦੇ ਨਾਮ 'ਤੇ ਬਹੁਤ ਸਾਰੇ ਕਰਮ ਕਰਦਾ, ਪਰ ਉਹ ਜ਼ਰੂਰੀ ਨਹੀਂ ਉਹ ਜੋ ਕਰਮ ਕਰ ਰਿਹਾ ਉਹ ਧਾਰਮਿਕ ਹੋਣਗੇ। ਧਰਮ ਦੇ ਨਾਮ 'ਤੇ ਕੀਤੇ ਹੋਏ ਕਰਮ ਬਹੁਤੀ ਦਫਾ ਪਾਖੰਡ ਹੁੰਦੇ ਨੇ, ਬਹੁਤੀ ਦਫਾ ਭੇਖ ਹੁੰਦਾ, ਬਹੁਤੀ ਦਫਾ ਇੱਕ ਵਿਖਾਵਾ ਹੁੰਦਾ। ਧਰਮ ਦੇ ਨਾਮ 'ਤੇ ਕੀਤੇ ਹੋਏ ਕਰਮ ਜ਼ਰੂਰੀ ਨਹੀਂ ਕਿ ਉਹ ਚੰਗੇ ਹੀ ਹੋਣਗੇ। ਉਹਦੇ ਵਿੱਚ ਹੰਕਾਰ ਵੀ ਹੋ ਸਕਦਾ, ਉਹਦੇ ਵਿੱਚ ਇਨਸਾਨ ਦੇ ਭਰਮ ਵੀ ਹੋ ਸਕਦੇ ਆ, ਪਖੰਡ ਵੀ ਹੋ ਸਕਦੇ ਆ। ਕਰਮ ਧਰਮ ਪਖੰਡ ਜੋ ਦੀਸੇ, ਦੁਨੀਆ ਦੇ ਲੋਕ ਧਾਰਮਿਕ ਸਥਾਨਾਂ 'ਤੇ ਜੋ ਕਰ ਰਹੇ ਆ, ਜਾ ਕੇ ਗਿਆਨ ਤੋਂ ਬਿਨਾਂ, ਸੱਚੇ ਗੁਰੂ ਦੀ ਸਮਝ ਲਏ ਬਿਨਾਂ, ਉਹ ਸਭ ਕੁਝ ਇੱਕ ਪਾਖੰਡ ਹੈ, ਉਹ ਸਭ ਕੁਝ ਇੱਕ ਭਰਮ ਆ, ਉਹ ਸਭ ਕੁਝ ਅਗਿਆਨਤਾ, ਉਹ ਸਭ ਕੁਝ ਪਰਮਾਤਮਾ ਦੇ ਦਰ ਤੋਂ ਮੁੱਖ ਮੋੜਨ ਦੇ ਵਾਂਗ ਹੀ ਆ। ਜੋ ਦਿਖ ਰਿਹਾ ਤਿਨ ਜਮ ਜਾ ਗਾਤੀ ਲੂਟੈ। ਇਹੋ ਜਿਹੇ ਲੋਕ ਜਨਮ ਤੇ ਮਰਨ ਦੇ ਜਮ ਦੁਆਰਾ ਲੁੱਟੇ ਜਾਂਦੇ ਆ। ਇਹੋ ਜਿਹੇ ਲੋਕ ਕਰਮ ਧਰਮ ਪਖੰਡ ਕਰਕੇ ਗੁਰੂ ਤੋਂ ਕਰੋੜਾਂ ਕੋਹਾਂ ਦੀ ਦੂਰੀ 'ਤੇ ਹੁੰਦੇ ਆ। ਤਾਂ ਹੀ ਇਹ ਗੱਲ ਆਖੀ ਜਾਂਦੀ ਆ ਕਿ ਜਿਹੜੀ ਭੀੜ ਹੁੰਦੀ ਆ, ਜ਼ਰੂਰੀ ਨਹੀਂ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਆ, ਭੀੜ ਕੋਲ ਸਿਰਾਂ ਦੀ ਭਰਮਾਰ ਹੁੰਦੀ ਆ, ਪਰ ਅਕਲ ਦਾ ਅਕਾਲ ਪਿਆ ਹੁੰਦਾ ਹੈ। ਜ਼ਰੂਰੀ ਨਹੀਂ ਕਿ ਬਹੁਤ ਚੰਗੇ ਲੋਕਾਂ ਦੀ ਭੀੜ ਹੋਵੇ। ਇਹ ਵੀ ਮੰਨਦੇ ਨੇ ਕਿ ਬਹੁਤ ਚੰਗੇ ਲੋਕਾਂ ਦੀ ਭੀੜ ਨਹੀਂ ਹੁੰਦੀ, ਭੀੜ ਦੇ ਵਿੱਚ ਬਹੁਤੀ ਦਫਾ ਚੰਗੇ ਲੋਕ ਨਹੀਂ ਹੁੰਦੇ। ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾ ਗਾਤੀ ਲੂਟੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਜ਼ਰੂਰੀ ਨਹੀਂ ਕਿ ਬਹੁਤ ਲੋਕ ਇੱਕ ਜਗ੍ਹਾ ਦੇ ਉੱਪਰ ਜਾ ਰਹੇ ਆ, ਬਹੁਤ ਇਕੱਠੇ ਹੋ ਕੇ। ਭੀੜ ਕੋਲ ਸਿਰਾਂ ਦੀ ਭਰਮਾਰ ਹੁੰਦੀ ਆ, ਪਰ ਅਕਲ ਦਾ ਅਕਾਲ ਪਿਆ ਹੁੰਦਾ। ਬਹੁਤੀ ਭੀੜ ਦੇ ਵਿੱਚ ਚੰਗੇ ਲੋਕ ਨਹੀਂ ਹੁੰਦੇ, ਚੰਗੇ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ। ਚੰਗੇ ਲੋਕ ਬਹੁਤੇ ਨਹੀਂ ਹੋ ਸਕਦੇ, ਭੀੜ ਵਿੱਚ ਜ਼ਰੂਰੀ ਨਹੀਂ ਚੰਗੇ ਲੋਕ ਹੋਣਗੇ। ਤਾਂ ਇਸ ਤਰ੍ਹਾਂ ਦੇ ਜੇ ਕਰਮ ਧਰਮ ਹਨ, ਉਹਨਾਂ ਨੇ ਦੁਨੀਆ ਦੇ ਲੋਕਾਂ ਨੂੰ ਇਸ ਤਰ੍ਹਾਂ ਉਹਨਾਂ ਦੀ ਅੰਦਰਲੀ ਦੌਲਤ ਨੂੰ ਲੁੱਟ ਲਿਆ, ਅੰਦਰਲੀ ਸ਼ਾਂਤੀ ਨੂੰ ਲੁੱਟ ਲਿਆ। ਇਹਦੀ ਥਾਂ 'ਤੇ ਜੇਕਰ ਇਹ ਵਿਖਾਵੇ ਪਖੰਡ ਛੱਡ ਕੇ ਜੇਕਰ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਨਿਰਵਾਣ ਕੀਰਤਨ, ਵਾਹਿਗੁਰੂ ਦੇ ਕੀਰਤਨ ਨੂੰ ਗਾਇਆ ਜਾਵੇ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੀਰਤਨ ਨੂੰ ਗਾਇਆ ਜਾਵੇ ਤਾਂ ਨਿਮਕ ਸਿਮਰਤ ਜਿਤ ਛੂਟੈ। ਇੱਕ ਸਕਿੰਟ ਵੀ ਜੇ ਬੰਦੇ ਤੂੰ ਵਾਹਿਗੁਰੂ ਦੇ ਨਾਮ ਨੂੰ ਸ਼ੌਂਕ ਨਾਲ ਜਪੇਂਗਾ ਤਾਂ ਤੇਰਾ ਉਧਾਰ ਹੋਵੇਗਾ। ਤਾਂ ਗੁਰੂ ਅਰਜਨ ਦੇਵ ਜੀ ਬਸ ਇਹ ਕਹਿ ਰਹੇ ਆ, ਧਰਮ ਕਰਮ ਦੇ ਨਾਮ 'ਤੇ ਲੋਕਾਂ ਨੂੰ ਉਹਨਾਂ ਦੀ ਸਮਝ ਨਾ ਹੋਣ ਕਰਕੇ ਉਹ ਕਰਦੇ ਜ਼ਰੂਰ ਆ, ਪਰ ਉਹ ਕਰਨ ਵਿੱਚ ਕੋਈ ਪਿਆਰ ਨਹੀਂ ਹੁੰਦਾ। ਭੀੜ ਦੇ ਵਿੱਚ ਬਹੁਤੇ ਚੰਗੇ ਲੋਕ ਨਹੀਂ ਹੁੰਦੇ, ਚੰਗੇ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ। ਭੀੜ ਵਿੱਚ ਬਹੁਤ ਸਿਰ ਹੁੰਦੇ ਆ, ਪਰ ਅਕਲ ਦਾ ਅਕਾਲ ਪਿਆ ਹੁੰਦਾ। ਸੰਤੋ ਸਾਗਰ ਪਾਰ ਉਤਰੀਏ। ਹੇ ਸਾਧੂ ਜਨੋ, ਹੇ ਰੱਬ ਦੇ ਪਿਆਰੇ ਜਨੋ, ਵਾਹਿਗੁਰੂ ਦੇ ਨਾਮ ਨੂੰ ਜਪ ਕੇ ਪਾਰ ਉਤਰੀਏ। ਸਾਨੂੰ ਇਸ ਤਰ੍ਹਾਂ ਹੀ ਪਾਰ ਉਤਰਿਆ ਜਾ ਸਕਦਾ ਜਾਂ ਸਾਡਾ ਉਧਾਰ ਹੋ ਸਕਦਾ, ਪਖੰਡ ਦੇ ਨਾਲ ਨਹੀਂ। ਇਹਨੂੰ ਬਾਬਾ ਕਬੀਰ ਜੀ, ਭਗਤ ਕਬੀਰ ਜੀ ਆਖਦੇ ਆ ਕਿ ਜਿਹੇ ਮਾਰਗ ਪੰਡਤ ਗਏ ਪਾਛੈ ਪਰੀ ਵਹੀਰ। ਜਿਹੜੇ ਲੋਕਾਂ ਦੇ ਮਨਾਂ ਵਿੱਚ ਇਹ ਸੀ ਕਿ ਪੰਡਤ ਇਹ ਰਾਹ ਚੱਲੇ ਆ, ਅਸੀਂ ਵੀ ਚੱਲੀਏ, ਉਹਨਾਂ ਪੰਡਤਾਂ ਦੇ ਪਿੱਛੇ ਲੱਗ ਕੇ ਵਹੀਰਾਂ ਘੱਤ ਕੇ ਉਹਨਾਂ ਦੇ ਮਗਰ ਚੱਲੇ। ਪਰ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ੍ਹ ਰਹੋ ਕਬੀਰ। ਜਿਸ ਰਸਤੇ 'ਤੇ ਕਬੀਰ ਜੀ ਚੱਲੇ ਆ, ਉੱਥੇ ਬਿਲਕੁਲ ਉਹ ਇਕੱਲੇ ਹੀ ਰਹਿ ਜਾਂਦੇ ਆ। ਉੱਥੇ ਕੋਈ ਭੀੜ ਨਹੀਂ,
ਉੱਥੇ ਕੋਈ ਰੌਲਾ ਨਹੀਂ, ਅੱਗੇ ਵੀ ਕੋਈ ਨਹੀਂ। ਭਗਤ ਕਬੀਰ ਜੀ ਦੇ ਪਿੱਛੇ ਭੌਂ ਕੇ ਦੇਖਿਆ, ਪਿੱਛੇ ਵੀ ਕੋਈ ਨਹੀਂ। ਜਿਹੜਾ ਪੰਡਤਾਂ ਵਾਲਾ ਰਾਹ ਸੀ, ਜੋ ਸੌਖਾ ਮਾਰਗ ਸੀ, ਭੇਖ ਵਾਲਾ, ਪਖੰਡ ਵਾਲਾ, ਉੱਥੇ ਕਰੋੜਾਂ ਦੀ ਗਿਣਤੀ 'ਚ ਲੋਕ ਜਾ ਰਹੇ ਆ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇ ਕੋਈ ਬਚਨ ਕਮਾਵੇਗਾ ਸਾਧੂਆਂ ਦਾ, ਉਹ ਗੁਰੂ ਕਿਰਪਾ ਦੁਆਰਾ ਜ਼ਰੂਰ ਤਰੇਗਾ। ਕਿਉਂਕਿ ਬਚਨ ਮੰਨਣਾ ਹੀ ਬੰਦਗੀ ਆ, ਬਚਨ ਮੰਨਣਾ ਹੀ ਗੁਰੂ ਦਾ, ਬਚਨ ਕਮਾਉਣਾ ਹੀ ਸੇਵਾ। ਜੇ ਵੈਸੇ ਆਪਾਂ ਸੇਵਾ ਕਰ ਰਹੇ ਹਾਂ, ਗੁਰਦੁਆਰਾ ਸਾਹਿਬ ਝਾੜੂ ਲਗਾ ਰਹੇ ਹਾਂ, ਬਰਤਨ ਧੋ ਰਹੇ ਹਾਂ, ਤੱਪੜ ਝਾੜ ਰਹੇ ਹਾਂ, ਬਹੁਤ ਕੁਝ ਕਰ ਰਹੇ ਹਾਂ। ਜੇ ਗੁਰੂ ਨੇ ਆਖਿਆ ਕਿ ਤੁਸੀਂ ਕਿਸੇ ਦੀ ਚੁਗਲੀ ਨਾ ਕਰੋ, ਪਰ ਅਸੀਂ ਇਹ ਸਭ ਕੁਝ ਕਰਕੇ, ਬਰਤਨ ਮਾਂਜ ਕੇ, ਸਭ ਕੁਝ ਕਰਕੇ ਇੱਕ ਦੂਜੇ ਦੀਆਂ ਗੱਲਾਂ ਹੀ ਕਰਨੀਆਂ, ਫਿਰ ਉਹ ਸੇਵਾ ਦਾ ਕੋਈ ਫਲ ਨਹੀਂ, ਕੋਈ ਵੀ ਉਹਦਾ 1% ਵੀ ਉਹਦਾ ਕੋਈ ਮੁੱਲ ਨਹੀਂ ਪੈਂਦਾ। ਜੇ ਸਭ ਕੁਝ ਕਰਕੇ ਇਹ ਇਉਂ ਆ ਜਿਵੇਂ ਬੰਦਾ ਪਹਿਲਾਂ ਇਸ਼ਨਾਨ ਕੀਤਾ, ਫਿਰ ਉਹਨੇ ਚਿੱਕੜ 'ਚ ਛਾਲ ਮਾਰੀ, ਫਿਰ ਦੂਜੇ ਦਿਨ ਆ ਕੇ ਸੇਵਾ ਕੀਤੀ, ਫਿਰ ਨਿੰਦਿਆ ਕਰਨ ਲੱਗ ਗਿਆ, ਫਿਰ ਦੂਜਿਆਂ ਦੀਆਂ ਗੱਲਾਂ ਕਰਨ ਲੱਗ ਗਿਆ, ਫਿਰ ਚਿੱਕੜ 'ਚ ਛਾਲ ਮਾਰੀ। ਹੁਣ ਦੱਸੋ, ਗੁਰੂ ਤੇਗ ਬਹਾਦਰ ਜੀ ਕਹਿੰਦੇ ਇਹ ਹਾਥੀ ਵਾਲੇ ਇਸ਼ਨਾਨ ਦਾ ਕੀ ਫਾਇਦਾ? ਹਾਥੀ ਵੀ ਨਹਾਉਂਦੇ ਧੋਂਦੇ ਹਾਥੀ ਨੂੰ ਮੁਹਾਵਤ, ਫਿਰ ਚਿੱਕੜ 'ਚ ਜਾ ਕੇ, ਟੋਭੇ 'ਚ ਜਾ ਕੇ ਗੰਦਾ ਹੋ ਜਾਂਦਾ। ਦੱਸੋ ਉਹਦਾ ਕੀ ਫਾਇਦਾ? ਸੰਤੋ ਸਾਗਰ ਪਾਰ ਉਤਰੀਐ, ਇਹ ਸਾਧੂ ਜਨੋ ਸਾਗਰ ਪਾਰ ਉਤਰੀਐ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਭਾਵੇਂ 1 ਮਿੰਟ ਹੀ ਸ਼ੌਂਕ ਨਾਲ ਜਪ ਲਿਆ ਜਾਵੇ ਵਾਹਿਗੁਰੂ, ਉਹ ਬਿਹਤਰ ਹੁੰਦਾ ਭੀੜ ਦੇ ਵਿੱਚ ਜਾ ਕੇ ਆਪਦੇ ਪਖੰਡ ਕਰਨ ਦੇ ਨਾਲੋਂ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਭਾਈ ਨੰਦ ਲਾਲ ਸਾਹਿਬ ਜੀ ਦੀ ਗਜ਼ਲ ਜਿਹੜੀ ਆ 7 ਨੰਬਰ ਗਜ਼ਲ ਹੈ। ਘੱਟੋ ਘੱਟ 60 ਤੋਂ ਵੱਧ ਗਜ਼ਲਾਂ ਨੇ ਇਹ। 7 ਨੰਬਰ ਦੀ ਗਜ਼ਲ ਜੋ ਲੜੀਵਾਰ ਸੁਣਦੇ ਹਾਂ, ਸਰਵਣ ਕਰੋ ਇਹਦੇ ਅਰਥ ਠੇਠ ਪੰਜਾਬੀ ਵਿੱਚ। ਤੇਰੀ ਗਲੀ ਦੇ ਭਿਖਾਰੀ ਨੂੰ, ਭਾਈ ਨੰਦ ਲਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿ ਰਹੇ ਆ, ਤੇਰੀ ਗਲੀ ਦੇ ਭਿੱਖ ਮੰਗੇ ਨੂੰ, ਤੇਰੀ ਗਲੀ ਦੇ ਭਿਖਾਰੀ ਨੂੰ, ਹੇ ਕਲਗੀਧਰ ਪਾਤਸ਼ਾਹ, ਬਾਦਸ਼ਾਹੀ ਦੀ ਇੱਛਾ ਨਹੀਂ ਹੈ, ਨਾ ਰਾਜ ਦੀ ਇੱਛਾ ਹੈ, ਨਾ ਤਾਜ ਦਾ ਚਾਉ ਹੈ। ਹੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਜਿਹੜਾ ਵੀ ਤੇਰੀ ਗਲੀ ਵਿੱਚੋਂ ਲੰਘ ਗਿਆ, ਉਹ ਤੇਰੀ ਗਲੀ ਦੇ ਭਿਖਾਰੀ ਨੂੰ ਨਾ ਤਾਂ ਕਿਸੇ ਦੀ ਬਾਦਸ਼ਾਹੀ ਚਾਹੀਦੀ ਆ, ਕਿਸੇ ਰਾਜ ਭਾਗ ਦੀ, ਨਾ ਰਾਜ ਦੀ ਇੱਛਾ ਹੀ ਉਹਦੇ ਅੰਦਰ ਪੈਦਾ ਹੁੰਦੀ ਆ, ਨਾ ਤਾਜ ਦਾ ਚਾਉ ਹੁੰਦਾ। ਜਿਸ ਕਿਸੇ ਨੇ ਵੀ ਆਪਣੇ ਦਿਲ ਦੀ ਰਾਜਧਾਨੀ ਨੂੰ ਜਿੱਤ ਲਿਆ, ਉਹ ਸੁਲਤਾਨ ਹੋ ਗਿਆ। ਤੇਰੇ ਜਿਹੜੇ ਸਿੰਘ ਨੇ, ਤੇਰੇ ਜਿਹੜੇ ਖਾਲਸਾ ਫੌਜ ਆ, ਜਿਸ ਕਿਸੇ ਨੇ ਵੀ ਆਪਣੇ ਦਿਲ ਦੀ ਰਾਜਧਾਨੀ 'ਤੇ ਫਤਿਹ ਪਾਲੀ ਆ, ਉਹ ਸੁਲਤਾਨ ਹੋ ਗਿਆ। ਜਿਸ ਕਿਸੇ ਨੇ ਵੀ ਤੈਨੂੰ ਲੱਭ ਲਿਆ, ਆਪਣੇ ਅੰਦਰੋਂ ਖੋਜ ਲਿਆ, ਉਹਦੇ ਬਰਾਬਰ ਹੋਰ ਕੋਈ ਯੋਧਾ, ਉਹਦੇ ਬਰਾਬਰ ਹੋਰ ਕੋਈ ਬਲੀ ਨਹੀਂ ਹੋ ਸਕਦਾ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਬੰਦਾ ਉਹ ਆ ਜਿਹਦੇ ਅੰਦਰ ਸ਼ਾਂਤੀ ਆ। ਕ੍ਰੋਧ ਕਰਨ ਨਾ, ਗੁੱਸਾ ਕਰਨਾ, ਇਹ ਤਾਂ ਕਮਜ਼ੋਰ ਮਨੁੱਖਾਂ ਦਾ ਕੰਮ ਹੁੰਦਾ। ਗੱਲ ਗੱਲ 'ਤੇ ਗੁੱਸਾ ਕਰਨਾ, ਕਮਜ਼ੋਰ ਲੋਕ ਜਿਹੜੇ ਇੱਦਾਂ ਕਰਦੇ ਆ। ਤਾਕਤਵਰ ਮਨੁੱਖ ਹਮੇਸ਼ਾ ਸ਼ਾਂਤ ਹੁੰਦੇ ਆ। ਜਿਸ ਕਿਸੇ ਨੇ ਵੀ ਤੈਨੂੰ ਆਪਣੇ ਅੰਦਰੋਂ ਲੱਭ ਲਿਆ, ਉਹਦੇ ਬਰਾਬਰ ਹੋਰ ਕੋਈ ਯੋਧਾ ਨਹੀਂ ਹੈ। ਤੇਰੀ ਗਲੀ ਦੇ ਭਿਖਾਰੀ ਨੂੰ ਬਾਦਸ਼ਾਹੀ ਦੀ ਕੋਈ ਇੱਛਾ ਨਹੀਂ, ਨਾ ਰਾਜ ਦੀ ਇੱਛਾ ਹੈ, ਨਾ ਤਾਜ ਦਾ ਚਾਅ ਹੈ। ਤੇਰੀ ਗਲੀ ਦਾ ਭਿਖਾਰੀ ਦੋਵਾਂ ਜਹਾਨਾਂ ਦਾ ਬਾਦਸ਼ਾਹ ਹੈ, ਤੇ ਉਹ ਫੁੱਟ ਦੇ ਵਾਲਾਂ ਦੇ ਕੈਦੀ ਨੂੰ ਛੁਟਕਾਰੇ ਦੀ ਲੋੜ ਨਹੀਂ। ਜੇ ਕਿਸੇ ਦੇ ਦਾੜੀ ਦੇ ਵਾਲ ਜੇ ਆ ਰਹੇ ਆ, ਜਵਾਨੀ 'ਚ ਉਹਨੇ ਪੈਰ ਰੱਖਿਆ, 18-19 ਸਾਲ ਦੀ ਉਮਰ ਆ, ਇੱਥੇ ਗਾਉਂਦੇ ਆ, ਉਦੋਂ ਫਿਰ ਜੇ ਉਹ ਤੈਨੂੰ ਸਿਮਰਨ ਲੱਗ ਗਿਆ, ਯਾਦ ਕਰਨ ਲੱਗ ਗਿਆ ਜਵਾਨੀ 'ਚ, ਉਹ ਦਾੜੀ ਦੇ ਫੁੱਟਦੇ ਹੋਏ ਵਾਲਾਂ ਦੀ ਅਵਸਥਾ ਵਾਲੇ
ਜਵਾਨ ਨੌਜਵਾਨ ਨੂੰ ਦੁਨੀਆ ਦੇ ਹੋਰ ਕਿਸੇ ਛੁਟਕਾਰੇ ਦੀ ਲੋੜ ਨਹੀਂ। ਜੋ ਭਰੀ ਜਵਾਨੀ 'ਚ ਤੇਰੀ ਬੰਦਗੀ ਕਰਦਾ ਹੈ, ਕਿਹੜੀ ਆ ਉਹ ਅੱਖ ਜਿਸ ਦੇ ਵਿੱਚ ਤੇਰੇ ਨੂਰ ਦੀ ਚਮਕ ਨਹੀਂ, ਕਿਹੜੀ ਆ ਉਹ ਛਾਤੀ ਜਿਹਦੇ ਵਿੱਚ ਤੇਰੇ ਖਜ਼ਾਨੇ ਨਹੀਂ। ਉਹ ਤੋਂ ਕੁਰਬਾਨ ਹੋ ਜਾਣ ਦੇ ਬਹਾਨੇ ਨਾ ਬਣਾਇਆ ਕਰ, ਕਿਉਂਕਿ ਉਹਦੀ ਰੀਤ ਵਿੱਚ ਹੀਲ ਤੇ ਹੁਜਤ ਦੀ ਕੋਈ ਜਗ੍ਹਾ ਨਹੀਂ। ਉਹ ਤੋਂ ਕੁਰਬਾਨ ਹੋਣ ਦੇ, ਸਦਕੇ ਹੋਣ ਦੇ ਬਹਾਨੇ ਨਾ ਬਣਾਇਆ ਕਰ, ਟਾਲ ਮਟੋਲੇ ਨਾ ਕਰਿਆ ਕਰ। ਉਹਦੀ ਬੰਦਗੀ ਵਾਲੀ ਜਗ੍ਹਾ ਦੇ ਵਿੱਚ ਟਾਲ ਮਟੋਲਿਆਂ ਲਈ, ਹੀਲੇ ਹੁਜਤਾਂ ਲਈ ਕੋਈ ਜਗ੍ਹਾ ਨਹੀਂ, ਬਹਾਨਿਆਂ ਲਈ ਕੋਈ ਜਗ੍ਹਾ ਨਹੀਂ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਆ। ਤਾਂ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਹਿ ਰਹੇ ਆ, ਕੋਟ ਤੀਰਥ ਮੱਜਨ ਇਸ਼ਨਾਨਾ। ਕਰੋੜਾਂ ਹੀ ਲੋਕ ਇਸ ਤੀਰਥ ਸਥਾਨ 'ਤੇ ਜਾਂਦੇ ਆ, ਚੁੱਭੀਆਂ ਲਾਉਂਦੇ ਆ, ਇਸ਼ਨਾਨ ਕਰਦੇ ਆ। ਇਸ ਕਲ ਮੈਂ ਮੈਲ ਭਰੀਜੈ, ਪਰ ਫਿਰ ਵੀ ਉਹ ਉੱਦਾਂ ਦੇ ਰਹਿੰਦੇ ਆ, ਬਦਲਦੇ ਨਹੀਂ। ਕਰੋੜਾਂ ਤੀਰਥ ਆ। ਤੁਸੀਂ ਹਿੰਦੂ ਧਰਮਾਂ ਦੇ ਤੀਰਥ ਵੇਖੋ, 68 ਤੀਰਥ, ਬਹੁਤ 68 ਤੀਰਥ ਆ। ਉਹਨਾਂ ਦੀ ਗਿਣਤੀ ਬਹੁਤ ਗਿਣਤੀ ਆ, ਬਹੁਤ ਵੱਡੇ ਵੱਡੇ ਉਹਨਾਂ ਦੇ ਮੰਦਿਰ ਨੇ, ਬੜੇ ਤਰ੍ਹਾਂ ਦੇ ਤੀਰਥ ਆ। ਆਪਣੇ ਵਿੱਚ ਵੀ ਬਹੁਤ ਸਾਰੇ ਤੀਰਥ ਆ, ਮੁਸਲਮਾਨ ਵੀਰਾਂ ਦੇ ਵੀ ਤੀਰਥ ਆ। ਇਸ ਤਰ੍ਹਾਂ ਹਰ ਧਰਮ ਦੇ ਆਪਣੇ ਤੀਰਥ ਆ। ਤਾਂ ਕਰੋੜਾਂ ਤੀਰਥ ਹੋ ਗਏ। ਮੱਜਨ ਇਸ਼ਨਾਨਾ, ਮੱਜਨ ਦੇ ਅਰਥ ਆ ਚੁੱਭੀ ਲਾਉਣੀ, ਇਸ਼ਨਾਨ ਕਰਨਾ। ਪਰ ਇਸ ਕਲ ਮੈਂ ਮੈਲ ਭਰੀਜੈ, ਇਸ ਦੁਨੀਆ ਦੇ ਵਿੱਚ ਲੋਕ ਫਿਰ ਵੀ ਮੈਲੇ ਆ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਕਿਉਂਕਿ ਧਾਰਮਿਕ ਸਥਾਨਾਂ 'ਤੇ ਜਾ ਕੇ ਵੀ ਉਹਨਾਂ ਨੂੰ ਧਰਮ ਦੇ ਅਰਥ ਨਹੀਂ ਪਤਾ। ਲੋਕਾਂ ਨੂੰ ਧਾਰਮਿਕ ਸਥਾਨ 'ਤੇ ਜਾਣ ਦਾ ਅਰਥ ਕੀ ਹੁੰਦਾ। ਆਪਾਂ ਉੱਥੇ ਮੇਲਾ ਨਹੀਂ ਕਰਨ ਜਾਂਦੇ, ਆਪਾਂ ਉੱਥੇ ਇਤਿਹਾਸ ਪੜ੍ਹਨ ਜਾਂਦੇ ਹਾਂ, ਗੁਰੂ ਦਾ ਨਤਮਸਤਕ ਹੋਣ ਲਈ ਜਾਂਦੇ ਹਾਂ, ਉੱਥੇ ਕੀਰਤਨ ਸੁਣਨ ਲਈ ਜਾਂਦੇ ਹਾਂ, ਕੁਝ ਸਿੱਖਣ ਲਈ ਜਾਂਦੇ ਹਾਂ, ਆਪਣੇ ਸੁਭਾਅ ਵਿੱਚ ਬਦਲਾਵ ਲਿਆਉਣ ਲਈ ਬੇਨਤੀ ਕਰਨ ਜਾਂਦੇ ਹਾਂ। ਇਸ ਕਰਕੇ ਫਿਰ ਭਾਵੇਂ ਕੋਈ ਵੀ ਇਨਸਾਨ ਆ ਜੋ ਇਸ ਤਰ੍ਹਾਂ ਜਾ ਰਿਹਾ, ਉਹ ਜ਼ਰੂਰ ਨਿਰਮਲ ਹੋਊਗਾ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮਰਤ ਸਭ ਸਾਸਤ। 4 ਵੇਦ ਆ ਸਾਡੇ, ਸਾਮ ਵੇਦ ਆ ਜੇ ਪੜ੍ਹਨੇ ਹੋਣ, ਅਥਰ ਵੇਦ ਆ, ਰਿਗ ਵੇਦ ਆ, ਯੁਜਰ ਵੇਦ ਆ। ਸਿਮਰਤੀਆਂ ਨੇ ਕਤੇਬ ਕੁਰਾਨ ਸ਼ਰੀਫ ਆ, ਪੜ੍ਹਨੀ ਹੋਵੇ, ਸਭ ਸਾਸਤ, ਹੋਰ ਬੜੇ ਗ੍ਰੰਥ ਤੇ ਕਿਤਾਬਾਂ ਨੇ। ਕੇਵਲ ਇਹਨਾਂ ਦਾ ਰਟਨ ਕਰਨ ਦੇ ਨਾਲ ਇਨ ਪੜ੍ਹਿਆਂ ਮੁਕਤ ਨ ਹੋਈ। ਕੇਵਲ ਜੇ ਪੜ੍ਹ ਕੇ ਇਹਨਾਂ ਨੂੰ ਛੱਡ ਦੇਣਾ, ਫਿਰ ਕੋਈ ਵੀ ਬਦਲਾਅ ਨਹੀਂ ਆਵੇਗਾ। ਵੇਦ ਕਤੇਬ ਸਿਮਰਤ ਸਭ ਸਾਸਤ। 4 ਵੇਦ ਆ, ਕਤੇਬ ਕੁਰਾਨ ਸ਼ਰੀਫ ਆ, ਕੁਰਾਨ ਮਜੀਦ ਆ, ਸਿਮਰਤੀਆਂ ਨੇ, ਸ਼ਾਸਤਰ ਆ, ਕਿਤਾਬਾਂ ਨੇ। ਇਨ ਪੜ੍ਹਿਆਂ ਮੁਕਤ ਨ ਹੋਈ। ਜੇ ਇਹਨਾਂ ਨੂੰ ਪੜ੍ਹਨਾ, ਪੜ੍ਹ ਕੇ ਛੱਡ ਦੇਣਾ, ਕੋਈ ਵੀ ਫਰਕ ਨਹੀਂ ਪਊਗਾ ਤੁਹਾਡੇ 'ਚ। ਪਰ ਹਾਂ, ਜੇ ਇਹਨਾਂ ਨੂੰ ਪੜ੍ਹ ਕੇ ਅਮਲ ਕਮਾਉਣਾ, ਇੱਕ ਅੱਖਰ 'ਤੇ ਵੀ ਅਮਲ ਕਮਾਉਣਾ, ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਉਹ ਫਿਰ ਬਹੁਤ ਨਿਰਮਲ ਹੋ ਜਾਏਗਾ। ਉਹ ਅੰਦਰੋਂ ਇਨਸਾਨ ਕੋਈ ਵੇਦ ਪੜ੍ਹ ਰਿਹਾ, ਕੋਈ ਕੁਰਾਨ ਨੂੰ ਪੜ੍ਹ ਰਿਹਾ, ਮੁਕੱਦਸੇ ਕਿਤਾਬ ਨੂੰ ਪੜ੍ਹ ਰਿਹਾ, ਬਾਈਬਲ ਨੂੰ ਪੜ੍ਹ ਰਿਹਾ, ਸਿਮਰਤੀਆਂ ਨੂੰ ਪੜ੍ਹ ਰਿਹਾ, ਪਰ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੁੰਦੀ। ਹਾਂ, ਜੇਕਰ ਉਹਨਾਂ ਨੂੰ ਪੜ੍ਹ ਕੇ ਉਹਨਾਂ 'ਚੋਂ ਇੱਕ ਅੱਖਰ 'ਤੇ ਵੀ ਅਮਲ ਕਰ ਲਿਆ ਜਾਵੇ, ਤਾਂ ਫਿਰ ਬੰਦਾ ਮੁਕਤ ਆ। ਫਿਰ ਕਸੂਰ ਵੇਦ ਦਾ ਨਹੀਂ, ਕਸੂਰ ਕਤੇਬ ਦਾ ਨਹੀਂ, ਕਸੂਰ ਸਿਮਰਤੀਆਂ ਦਾ ਨਹੀਂ, ਅਤੇ ਕਸੂਰ ਬੰਦੇ ਦਾ ਜਿਹੜਾ ਉਹਨੂੰ ਪੜ੍ਹ ਕੇ ਅਮਲ ਨਹੀਂ ਕਮਾਉਂਦਾ। ਸਾਰੇ ਗ੍ਰੰਥ ਦੁਨੀਆ ਦੇ ਸਤਿਕਾਰਯੋਗ ਆ, ਦੁਨੀਆ ਦੇ ਸਾਰੇ ਗ੍ਰੰਥਾਂ 'ਚੋਂ ਸਿੱਖਣ ਨੂੰ ਮਿਲਦਾ ਹੈ। ਪਰ ਜੋ ਪੜ੍ਹਦੇ ਆ, ਪੜ੍ਹ ਕੇ ਛੱਡ ਦਿੰਦੇ ਆ, ਉਹਨਾਂ ਲਈ ਇਹ ਸਾਰੀਆਂ ਚੀਜ਼ਾਂ ਫਿਰ ਹੋ ਕੇ ਵੀ ਕੁਝ ਨਹੀਂ ਹੈਗੀਆਂ। ਜੋ ਪੜ੍ਹਦੇ ਆ, ਇੱਕ ਅੱਖਰ 'ਤੇ ਅਮਲ ਕਮਾਉਂਦੇ ਆ, ਉਹਨਾਂ ਲਈ ਇਹ ਚੀਜ਼ਾਂ ਵਰਦਾਨ ਆ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ 4 ਵਰਨਾਂ ਕੋ ਸਾਂਝਾ। ਬਾਣੀ ਦਾ ਉਪਦੇਸ਼ ਖੱਤਰੀਆਂ ਲਈ ਵੀ ਆ, ਬਾਣੀ ਦਾ ਉਪਦੇਸ਼ ਬ੍ਰਾਹਮਣਾਂ ਲਈ ਵੀ ਆ,
ਬਾਣੀ ਦਾ ਉਪਦੇਸ਼ ਸ਼ੂਦਰਾਂ ਲਈ ਵੀ ਆ। ਬਾਣੀ ਸਾਰਿਆਂ ਦੀ ਸਾਂਝੀ ਆ। ਸਰਬ ਸਾਂਝਾ ਦਰਬਾਰ, ਸਰਬ ਸਾਂਝੀ ਗੁਰਬਾਣੀ ਵੈਸ਼ ਲਈ ਵੀ ਆ। ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਜਦੋਂ ਗੁਰੂ ਅਰਜਨ ਦੇਵ ਜੀ ਨੇ ਇਹਦੀ ਸੰਪਾਦਨਾ ਕੀਤੀ ਇਸ ਗ੍ਰੰਥ ਦੀ, ਜਿਸ ਨੂੰ ਆਦਿ ਗ੍ਰੰਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਤਾਂ ਉਹਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਆ ਜੋ ਵੱਖ ਵੱਖ ਵਰਨਾਂ ਤੋਂ ਨੇ। ਬਾਬਾ ਫਰੀਦ ਜੀ ਮੁਸਲਮਾਨ ਹਨ, ਭਗਤ ਕਬੀਰ ਜੀ ਜੁਲਾਹੇ ਨੇ। ਇਸ ਤਰ੍ਹਾਂ ਭਗਤ ਪੀਪਾ ਜੀ ਇੱਕ ਰਿਆਸਤ ਦੇ ਰਾਜੇ ਆ। ਭਗਤ ਰਵਿਦਾਸ ਜੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਜੋੜੇ ਗੰਢਣ ਦਾ ਕੰਮ ਕਰਦੇ ਸੀ, ਇਹਨਾਂ ਨੂੰ ਦੁਨੀਆ ਦੇ ਲੋਕ ਨੀਚ ਕਹਿੰਦੇ ਸੀ, ਫਿਰ ਉਹਨਾਂ ਦੀ ਬਾਣੀ ਵੀ ਉਹਨਾਂ ਨੇ ਤਾਂ ਦਰਜ ਕੀਤੀ ਆ ਅਤੇ ਬਹੁਤ ਉੱਚੇ ਆ ਉਹ ਹੰਕਾਰ ਦੇ ਨਾਲ ਭਰੇ ਹੋਏ ਲੋਕ ਜੋ ਮਾਇਆ ਦਾ ਹੰਕਾਰ ਕਰਦੇ ਆ। ਭਗਤ ਰਵਿਦਾਸ ਜੀ ਦੀ ਬਾਣੀ ਉਹਨਾਂ ਦੇ ਇਸ ਤਰ੍ਹਾਂ ਜੀਵਨ ਵਿੱਚ ਕੰਮ ਕਰਦੀ ਆ, ਜਦੋਂ ਪੜ੍ਹਦੇ ਆ ਉਹ ਮਾਇਆ ਧਾਰੀਆਂ ਨੂੰ ਸ਼ਾਂਤੀ ਆਉਂਦੀ ਹੈ ਜੋ ਪੈਸੇ ਨਾਲ ਨਹੀਂ ਆ ਸਕਦੀ। ਤਾਂ ਲੋਕ ਇਹਨਾਂ ਦੀ ਬਾਣੀ ਪੜ੍ਹ ਕੇ ਅੱਜ ਅੱਗੇ ਵੱਧ ਰਹੇ ਆ। ਤਾਂ ਵੱਖ ਵੱਖ ਵਰਨਾਂ ਦੇ ਬਾਬਾ ਸੁੰਦਰ ਜੀ, ਭਾਈ ਸੱਤਾ ਅਤੇ ਬਲਵੰਡ ਜੀ, ਜਿਹੜੇ ਕਿ ਰਬਾਬੀ ਸਨ, ਜਿਹੜੇ ਕਿ ਨੀਵੀਂ ਜਾਤੀ ਵਾਲੇ ਸੀ, ਪਰ ਫਿਰ ਵੀ ਮਹਾਰਾਜ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਹੈ। ਗੁਰੂ ਲਈ ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਦੁਨੀਆ ਦੇ ਲੋਕਾਂ ਲਈ ਜਾਤਾਂ ਪਾਤਾਂ ਨੇ, ਗੁਰੂ ਲਈ ਇਹ ਕੰਮ ਜਿਹੜਾ ਹੈ ਬਸ ਇਹੀ ਆ, ਨਾਨਕ ਉੱਤਮ ਨੀਚ ਨਾ ਕੋਏ, ਸਾਰੇ ਬਰਾਬਰ ਹਾਂ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਅਖੀਰਲੀ ਹੁਕਮਨਾਮਾ ਸਾਹਿਬ ਦੀ ਪੰਗਤੀ ਆ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ। ਗੁਰਮੁਖ ਜਿਹੜੇ ਆ ਉਹ ਵੇਦ ਪੜ੍ਹਦੇ ਆ, ਕਿਤਾਬ ਪੜ੍ਹਦੇ ਆ, ਬਾਈਬਲ ਪੜ੍ਹਦੇ ਆ, ਭਾਗਵਤ ਗੀਤਾ ਪੜ੍ਹਦੇ ਆ, ਦੁਨੀਆ ਦੇ ਗ੍ਰੰਥਾਂ ਨੂੰ ਪੜ੍ਹਦੇ ਆ, ਫਕੀਰਾਂ ਨੂੰ ਪੜ੍ਹਦੇ ਆ, ਸੂਫੀ ਫਕੀਰ ਬਾਬਾ ਫਰੀਦ ਜੀ ਉਹਨਾਂ ਦੇ ਸਲੋਕ ਪੜ੍ਹਦੇ ਆ। ਇਸ ਤਰ੍ਹਾਂ ਪਰ ਉਹ ਪੜ੍ਹਨ 'ਚ ਬੜਾ ਫਰਕ ਆ। ਉਹ ਪੜ੍ਹ ਕੇ ਕਮਾਉਂਦੇ ਆ, ਆਮ ਬੰਦਾ ਪੜ੍ਹਦਾ, ਆਮ ਬੰਦਾ ਪੜ੍ਹ ਕੇ ਉੱਥੇ ਹੀ ਖੜਾ, ਗੁਰਮੁਖ ਪੜ੍ਹ ਕੇ ਉੱਧਰ ਗਿਆ। ਗੁਰਮੁਖਾਂ ਨੇ ਪੜ੍ਹਿਆ, ਗੁਰਮੁਖ ਨਾਮ ਜਪੈ, ਪੜ੍ਹ ਕੇ ਨਾਮ ਜਪਿਆ, ਕਿਉਂਕਿ ਵੇਦ ਕਿਤਾਬ ਸਾਰੇ ਇਹੀ ਕਹਿੰਦੇ ਆ ਬੰਦਗੀ ਕਰੋ। ਵੇਦਾਂ ਨੂੰ ਪੜ੍ਹ ਲਓ, ਉਹਨਾਂ ਨੇ ਕਹਿਣਾ ਆਪਦੇ ਰੱਬ ਨੂੰ ਯਾਦ ਕਰੋ। ਉਦਾਹਰਨਾਂ ਵੱਖ ਵੱਖ ਨੇ। ਕੁਰਾਨ ਸ਼ਰੀਫ ਨੂੰ ਪੜ੍ਹ ਲਓ, ਉਹਨੇ ਕਹਿਣਾ ਆਪਦੇ ਖੁਦਾ ਨੂੰ ਚੇਤੇ ਕਰੋ, ਜਿਹਨੇ ਸਾਰਾ ਕੁਝ ਬਣਾਇਆ, ਜਿਹਦੀ ਸਾਰੀ ਪਾਤਸ਼ਾਹੀ ਇੱਥੇ ਅੱਲਾ ਦੀ ਆ। ਅੱਲਾ ਤੋਂ ਬਿਨਾਂ ਕੋਈ ਤੁਹਾਡਾ ਸਕਾ ਨਹੀਂ ਹੈਗਾ, ਉਹੀ ਤੁਹਾਡਾ ਸਕਾ ਇੱਕ। ਕੁਰਾਨ ਸ਼ਰੀਫ ਇਹ ਕਹਿੰਦੀ ਆ, ਉਹਨੇ ਕਹਿਣਾ ਉਹਨੂੰ ਚੇਤੇ ਕਰੋ। ਭਾਗਵਤ ਗੀਤਾ ਨੂੰ ਪੜ੍ਹੋ, ਉਹਨਾਂ ਨੇ ਕਹਿਣਾ ਕਿ ਕਰਮ ਦੀ ਖੇਡ ਆ ਸਾਰੀ, ਕਰਮ ਕਰੋ ਫਲ ਦੀ ਚਿੰਤਾ ਨਾ ਕਰੋ, ਬਸ ਮਾਲਕ ਨੂੰ ਚੇਤੇ ਕਰੋ, ਰਾਮ 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 ਜਪੋ ਪਿਆਰੇ। ਉਹਨੇ ਇਸ ਤਰ੍ਹਾਂ ਆਖਣਾ। ਬਾਈਬਲ ਨੇ ਵੀ ਆਖਣਾ ਕਿ ਆਪਦੇ ਜੀਸਸ ਨੂੰ, ਉਹ ਪਰਮ ਪਿਤਾ ਨੂੰ ਯਾਦ ਕਰੋ। ਜੇ ਤੁਹਾਨੂੰ ਦੁੱਖ ਆ ਉਹਦੇ ਅੱਗੇ ਅਰਦਾਸ ਕਰੋ, ਜੇ ਤੁਹਾਨੂੰ ਸੁੱਖ ਆ ਉਹਦਾ ਸ਼ੁਕਰਾਨਾ ਕਰੋ। ਉਸ ਨੇ ਵੀ ਇਹੀ ਕਹਿਣਾ। ਗੁਰੂ ਮਹਾਰਾਜ ਨੇ ਕਹਿਣਾ, ਹਰ ਸਾਹ ਦੇ ਨਾਲ ਜਿਹਨੇ ਤੈਨੂੰ ਸਾਹ ਬਖਸ਼ਿਆ ਉਹ ਮਾਲਕ ਦਾ ਸ਼ੁਕਰ ਕਰ ਬੰਦੇ। ਤਾਂ ਕਹਿਣ ਦਾ ਭਾਵ ਦੁਨੀਆ ਦਾ ਕੋਈ ਵੀ ਗ੍ਰੰਥ ਆ, ਉਹਨੇ ਤੁਹਾਨੂੰ ਨਾਮ ਜਪਣ ਲਈ ਕਹਿਣਾ। ਹੁਣ ਜਦੋਂ ਤੁਸੀਂ ਪੜ੍ਹਦੇ ਹੋ ਗ੍ਰੰਥ ਪਰ ਅਮਲ ਨਹੀਂ ਆਪਾਂ ਕਰ ਪਾਉਂਦੇ, ਉਦੋਂ ਫਿਰ ਆਪਾਂ ਪੜ੍ਹ ਕੇ ਵੀ ਉੱਥੇ ਖੜ੍ਹੇ ਹਾਂ। ਗੁਰਮੁਖ ਕੋਈ ਵੀ ਪੜ੍ਹੇ, ਚਾਹੇ ਕਿਤਾਬ ਪੜ੍ਹਦਾ, ਚਾਹੇ ਵੇਦ ਪੜ੍ਹਦਾ, ਚਾਹੇ ਬਾਈਬਲ ਪੜ੍ਹਦਾ, ਉਹ ਉਹਦੇ 'ਚੋਂ ਵੀ ਸਿੱਖਿਆ ਲੈ ਕੇ ਤੁਰ ਰਿਹਾ। ਆਮ ਬੰਦਾ ਪੜ੍ਹ ਕੇ ਉਹਨੂੰ ਭੁੱਲ ਰਿਹਾ। ਇਹ ਫਰਕ ਆ। ਗੁਰਮੁਖ ਨਾਮ ਜਪੈ, ਅਖੀਰਲੀ ਪੰਗਤੀ ਆ। ਗੁਰਮੁਖ ਕਿਤਾਬਾਂ ਨੂੰ ਪੜ੍ਹ ਕੇ ਅੱਗੇ ਵੱਧ ਜਾਂਦਾ, ਨਾਮ ਜਪਦਾ, ਉਧਰੈ ਸੋ ਕਲ ਮੈਂ, ਅਤੇ ਦੁਨੀਆ ਦੇ ਲੋਕਾਂ ਤੋਂ ਵੱਖਰਾ ਹੋ ਜਾਂਦਾ, ਨਿਰਾਲਾ ਹੋ ਜਾਂਦਾ। ਘਟ ਘਟ ਨਾਨਕ ਮਾਝਾ, ਜਿਹੜਾ ਘਟਾਂ ਘਟਾਂ ਵਿੱਚ ਰਮ ਰਿਹਾ, ਪੂਰਿਆ ਹੋਇਆ ਪੁਰਖ ਆ ਜੋ ਅਕਾਲ ਪੁਰਖ, ਉਹਨੂੰ ਉਹ ਯਾਦ ਕਰਦਾ, ਤਾਂ ਹੀ ਉਹ ਗੁਰਮੁਖ ਆ। ਤਾਂ ਇਹ ਜਿੰਨੇ ਵੀ ਧਾਰਮਿਕ ਸਥਾਨ ਆ ਆਪਾਂ ਵੇਖਦੇ ਹਾਂ, ਬਹੁਤ ਗਿਣਤੀ ਵਿੱਚ ਲੋਕ ਉੱਥੇ ਜਾਂਦੇ ਆ। ਕੋਈ ਵੀ ਹਿੰਦੂਆਂ ਦੇ ਆ, ਚਾਹੇ ਆਪਣੇ ਸਿੱਖਾਂ ਦੇ ਆ, ਚਾਹੇ ਬੋਧੀਆਂ ਦੇ ਆ, ਕੋਈ ਵੀ ਜਗ੍ਹਾ, ਕਰਮ ਧਰਮ ਪਖੰਡ, ਉਹਨਾਂ ਲੋਕਾਂ ਨੂੰ ਧਰਮ ਦਾ ਕੁਝ ਵੀ ਨਹੀਂ ਪਤਾ। ਬਸ ਉਹ ਜਾਂਦੇ ਆ, ਚੁੱਭੀਆਂ ਲਾਉਂਦੇ ਆ, ਬਾਹਰ ਆ ਜਾਂਦੇ ਆ। ਉਹਨਾਂ ਨੂੰ ਪਤਾ ਨਹੀਂ ਅਰਥ ਕਿ ਧਰਮ ਦੇ ਅਰਥ ਕੀ ਹੁੰਦੇ ਆ,
ਉਹ ਇੱਕ ਦੂਜੇ ਨੂੰ ਵੇਖ ਕੇ ਕਰ ਰਹੇ ਆ, ਪਰ ਧਰਮ ਦੇ ਅਰਥ ਬੜੇ ਡੂੰਘੇ ਆ। ਉਹ ਇਹ ਆ ਕਿ ਤੁਸੀਂ ਘਰੇ ਬੈਠੇ ਹੀ ਵਾਹਿਗੁਰੂ ਕਹਿ ਲਓ, ਮਾਤਾ ਪਿਤਾ ਦੀ ਇੱਜ਼ਤ ਕਰੋ, ਇਵੇਂ ਤੁਹਾਡਾ ਛੁਟਕਾਰਾ ਹੋ ਜਾਏਗਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਸ਼ੌਂਕ ਦੇ ਨਾਲ ਕੀਰਤਨ ਗਾਓ। ਕੀਰਤਨ ਤੋਂ ਭਾਵੇਂ ਨਹੀਂ ਕਿ ਜ਼ਰੂਰੀ ਨਹੀਂ ਤੁਹਾਡੇ ਕੋਲ ਹਾਰਮੋਨੀਅਮ ਹੋਵੇ, ਤਬਲਾ ਹੋਵੇ, ਇਹਨਾਂ ਨੂੰ ਸਿੱਖਣ ਲਈ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਇਹ ਕਹਿ ਰਹੇ ਆ ਕਿ ਤੁਸੀਂ ਆਪਦੇ ਦਿਲ ਨੂੰ ਵਾਜਾ ਬਣਾ ਕੇ, ਆਪਦੇ ਸਾਹਾਂ ਨੂੰ ਵਾਜਾ ਬਣਾ ਕੇ ਜੇ ਸ਼ੌਂਕ ਨਾਲ ਵਾਹਿਗੁਰੂ ਕਹੋਗੇ ਨਾ, ਤੇ ਮਾਤਾ ਪਿਤਾ ਦੀ ਇੱਜ਼ਤ ਕਰੋਗੇ, ਸਤਿਕਾਰ ਕਰੋਗੇ ਸਾਰੇ ਜੀਆਂ ਦਾ। ਨਿਮਕ ਸਿਮਰਤ ਜਿਤ ਛੂਟੈ, ਘਰੇ ਬੈਠੇ ਹੀ ਇੱਕ ਸਕਿੰਟ ਛੁਟਕਾਰਾ, ਕਿਤੇ ਜਾਣ ਦੀ ਲੋੜ ਨਹੀਂ। ਜੇ ਕੋ ਬਚਨ ਕਮਾਵੇ ਸੰਤਨ ਕਾ, ਜਿਹਨੇ ਆਪਦੇ ਗੁਰੂ ਦਾ ਬਚਨ ਕਮਾ ਲਿਆ ਉਹ ਤਰਿਆ ਹੈ। ਤੇਰੀ ਗਲੀ ਦੇ ਭਿਖਾਰੀ ਨੂੰ, ਨੰਦ ਲਾਲ ਜੀ ਆਖਦੇ ਆ, ਕਲਗੀਧਰ ਪਾਤਸ਼ਾਹ ਜੀ, ਤੇਰੀ ਗਲੀ ਦੇ ਭਿਖਾਰੀ ਨੂੰ ਬਾਦਸ਼ਾਹੀ ਦੀ ਕੋਈ ਇੱਛਾ ਨਹੀਂ ਹੈਗੀ, ਨਾ ਉਹਨੂੰ ਰਾਜ ਦੀ ਇੱਛਾ, ਨਾ ਉਹਨੂੰ ਤਾਜ ਦਾ ਚਾਅ ਹੈ, ਨਾ ਤਾਂ ਰਾਜ ਦੀ ਇੱਛਾ ਹੀ ਆ। ਕਈ ਵਾਰੀ ਇਹ ਵੀ ਹੁੰਦਾ, ਇੱਛਾ ਮੇਰੇ ਅੰਦਰ ਹੈਗੀ ਆ ਕਿ ਮੈਨੂੰ ਰਾਜ ਮਿਲੇ, ਪਰ ਮੈਨੂੰ ਮਿਲ ਨਹੀਂ ਰਿਹਾ, ਉਹ ਵੀ ਸਮੱਸਿਆ। ਉਹਨੂੰ ਇੱਛਾ ਹੀ ਹੈ ਨਹੀਂ, ਜਿਹੜਾ ਤੇਰਾ ਪ੍ਰੇਮ ਵਾਲਾ ਹੈ ਨਾ, ਉਹਨੂੰ ਇੱਛਾ ਹੀ ਹੈ ਨਹੀਂ ਕਿ ਮੈਂ ਅਮੀਰ ਹੋਵਾਂ, ਮੇਰੇ ਕੋਲ ਰਾਜ ਹੋਵੇ, ਮੇਰੇ ਕੋਲ ਤਾਜ ਹੋਵੇ। ਉਹਦੀ ਇੱਛਾ ਹੀ ਇੱਕ ਆ, ਉਹਦਾ ਸ਼ੌਂਕ ਹੀ ਇੱਕ ਆ, ਉਹ ਬੰਦਗੀ ਆ। ਜੇ ਕਿਸੇ ਨੇ ਆਪਦੇ ਦਿਲ ਦੀ ਰਾਜਧਾਨੀ ਨੂੰ ਜਿੱਤ ਲਿਆ, ਰਾਜਧਾਨੀ ਉਹੀ ਜਗ੍ਹਾ ਹੁੰਦੀ ਆ ਜਿੱਥੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਜਨੀਤਿਕ ਲੋਕ ਵੱਸਦੇ ਆ ਜਾ ਕੇ, ਜਾਂ ਜਿੱਥੇ ਉਹ ਵੱਸਦੇ ਆ ਉਹਨੂੰ ਰਾਜਧਾਨੀ ਨਿਯੁਕਤ ਕਰ ਦਿੰਦੇ। ਜੇ ਲਾਹੌਰ 'ਚ ਰਹਿੰਦੇ ਆ ਉਹ ਕਹਿੰਦੇ ਲਾਹੌਰ ਰਾਜਧਾਨੀ ਹੋ ਗਈ, ਜੇ ਦਿੱਲੀ 'ਚ ਵਸਣ ਨੂੰ ਕਹਿੰਦੇ ਦਿੱਲੀ ਰਾਜਧਾਨੀ ਹੋ ਗਈ। ਜਿਸ ਕਿਸੇ ਨੇ ਆਪਣੇ ਦਿਲ ਦੀ ਰਾਜਧਾਨੀ ਨੂੰ ਜਿੱਤ ਲਿਆ, ਸਮਝ ਲੈਣਾ ਉਹ ਸੁਲਤਾਨ ਹੋ ਗਿਆ। ਭਾਵ ਕਿ ਜਿਹਨੇ ਆਪਦੇ ਮਨ ਨੂੰ ਜਿੱਤ ਲਿਆ, ਮਨ ਰਾਜਧਾਨੀ ਆ, ਜਿਹਨੇ ਉਹ 'ਤੇ ਜਾ ਕੇ ਫਤਿਹ ਪਾ ਲਈ, ਸਮਝ ਲਓ ਸੁਲਤਾਨ ਹੋ ਗਿਆ। ਜਿਹੜੇ ਕਿਸੇ ਇਨਸਾਨ ਨੇ ਤੈਨੂੰ ਆਪਦੇ ਅੰਦਰੋਂ ਲੱਭ ਲਿਆ, ਉਹਦੇ ਬਰਾਬਰ ਹੋਰ ਕੋਈ ਯੋਧਾ ਨਹੀਂ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਆ। ਤੇਰੀ ਗਲੀ ਦਾ ਭਿੱਖ ਮੰਗਾ, ਗੁਰੂ ਗੋਬਿੰਦ ਸਿੰਘ ਜੀ, ਤੇਰੀ ਗਲੀ ਦਾ ਭਿੱਖ ਮੰਗਾ ਦੋਹਾਂ ਜਹਾਨਾਂ ਦਾ ਬਾਦਸ਼ਾਹ ਹੈ, ਉਹਨੂੰ ਹੋਰ ਕਿਸੇ ਰਾਜ ਤਾਜ ਦੀ ਲੋੜ ਨਹੀਂ। ਇਸ ਕਰਕੇ ਫੁੱਟਦੇ ਹੋਏ ਵਾਲ ਜਿਹੜੇ ਦਾੜ੍ਹੀ ਦੇ, ਜੇ ਇਸ ਉਮਰ ਵਿੱਚ ਕੋਈ ਤੈਨੂੰ ਯਾਦ ਕਰਦਾ ਤਾਂ ਉਹਨੂੰ ਹੋਰ ਛੁਟਕਾਰੇ ਦੀ ਲੋੜ ਨਹੀਂ। ਦਾੜ੍ਹੀ ਦੇ ਫੁੱਟਦੇ ਹੋਏ ਵਾਲ ਨੇ, ਜਵਾਨੀ ਆ ਰਹੀ ਆ, ਜੇ ਇਹਦੇ ਵਿੱਚ ਸ਼ੌਂਕ ਪੈਦਾ ਹੋ ਗਿਆ ਤੈਨੂੰ ਚੇਤੇ ਕਰਨ ਦਾ, ਫਿਰ ਦੱਸੋ ਭਲਾ ਕਾਲੇ ਕੇਸ ਹੁੰਦਿਆਂ ਹੀ ਜੇ ਕੋਈ ਉਹਨੂੰ ਯਾਦ ਕਰ ਰਿਹਾ, ਉਹਨੂੰ ਹੋਰ ਕਿਹੜੀ ਚੀਜ਼ ਦੀ ਲੋੜ। ਆਪਾਂ ਸਭ ਕੁਝ ਛਕਣਾ ਹੁੰਦਾ, ਪ੍ਰਸ਼ਾਦਾ ਪਾਣੀ, ਪੈਸੇ ਦੀ ਵੀ ਲੋੜ ਹੁੰਦੀ ਆ, ਗੱਲ ਇਹ ਨਹੀਂ ਹੁੰਦੀ। ਗੱਲ ਇਹ ਆ ਵੀ ਭਾਈ ਨੰਦ ਲਾਲ ਜੀ ਜ਼ਿੰਦਗੀ ਦਾ ਅਸਲ ਸੱਚ ਸਾਹਮਣੇ ਰੱਖ ਰਹੇ ਆ। ਬਹੁਤ ਲੋਕਾਂ ਕੋਲ ਪੈਸਾ ਵਾ, ਬਹੁਤ ਲੋਕਾਂ ਕੋਲ ਵੱਡੀਆਂ ਕੋਠੀਆਂ ਨੇ, ਕੀ ਸਭ ਕੁਝ ਉਹਨਾਂ ਦਾ ਠੀਕ ਆ? ਉਹ ਇਹ ਕਹਿ ਰਹੇ ਆ ਪਾ ਕੇ ਵੀ ਸਭ ਕੁਝ ਠੀਕ ਨਹੀਂ ਹੁੰਦਾ ਜੇ ਤੁਸੀਂ ਆਪਦੇ ਰੱਬ ਨੂੰ ਯਾਦ ਨਹੀਂ ਕਰਦੇ। ਅੱਗੇ ਚੱਲ ਕੇ ਕਹਿੰਦੇ ਆ, ਕਿਹੜੀ ਆ ਉਹ ਅੱਖ ਜਿਹਦੇ ਵਿੱਚ ਤੇਰੇ ਨੂਰ ਦੀ ਚਮਕ ਨਹੀਂ, ਕਿਹੜਾ ਉਹ ਦਿਲ ਆ ਜਿਹਦੇ ਵਿੱਚ ਰੱਬੀ ਖਜ਼ਾਨਾ ਨਹੀਂ। ਮੈਨੂੰ ਦੱਸੋ ਭਲਾ ਕਿਹੜੀ ਅੱਖ ਆ ਜਿਹਦੇ ਵਿੱਚ ਤੇਰੇ ਨੂਰ ਦੀ ਚਮਕ ਨਹੀਂ? ਸਾਰੀਆਂ ਅੱਖਾਂ ਹੀ ਰੱਬ ਨੇ ਬਣਾਈਆਂ, ਉਹਦੇ ਕਰਕੇ ਅੱਖ ਜਿਹੜੀ ਆ ਝਪਕਦੀ ਆ। ਜੇ ਉਹ ਨਾ ਚਾਹਵੇ ਤੇ ਅੱਖ ਖੜ ਜੇਗੀ, ਬੰਦਾ ਖੜ ਜੇਗਾ, ਉੱਥੇ ਠੰਡਾ ਪੈ ਜਾਏਗਾ, ਮੌਤ ਹੋ ਜੂਗੀ। ਕਿਹੜੀ ਆ ਉਹ ਛਾਤੀ ਜਿਹਦੇ ਵਿੱਚ ਰੱਬੀ ਖਜ਼ਾਨੇ ਨੇ? ਇਸ ਕਰਕੇ ਉਹ ਕਹਿ ਰਹੇ ਆ, ਉਹਦੇ ਤੋਂ ਕੁਰਬਾਨ ਹੋ ਜਾ ਸਿੱਖਾ, ਗੁਰੂ ਗੋਬਿੰਦ ਸਿੰਘ ਜੀ ਤੋਂ ਕੁਰਬਾਨ ਹੋ ਜਾ। ਕੁਰਬਾਨ ਹੋ ਜਾਣ ਦੇ ਬਹਾਨੇ ਨਾ ਬਣਾ, ਕੁਰਬਾਨ ਹੋ ਜਾ, ਟਾਲ ਮਟੋਲੇ ਨਾ ਕਰ, ਬਹਾਨੇ ਨਾ ਬਣਾ, ਕਿਉਂਕਿ ਉਹਦੀ ਜਿਹੜੀ ਰੀਤ ਆ ਬੰਦਗੀ ਵਾਲੀ, ਉਹਦੇ ਵਿੱਚ ਹੀਲਾਂ ਤੇ ਹੁਜਤਾਂ ਲਈ ਕੋਈ ਜਗ੍ਹਾ ਨਹੀਂ, ਤੇਰੇ ਬਹਾਨਿਆਂ ਲਈ ਕੋਈ ਜਗ੍ਹਾ ਨਹੀਂ। ਕੁਰਬਾਨ ਹੋਣਾ ਤੇ ਹੋ ਜਾ, ਟਾਲ ਨਾ ਇਹ ਚੀਜ਼ ਨੂੰ, ਪੈਂਡਿੰਗ ਨਾ ਕਰ, ਅੱਜ ਕੱਲ੍ਹ ਨਾ ਕਰ ਵੀ ਕੱਲ੍ਹ ਕਰਾਂਗੇ, ਪਰਸੋਂ ਕਰਾਂਗੇ। ਉਹਦੀ ਇਬਾਦਤ ਜਿਹੜੀ ਆ, ਟਾਲ ਮਟੋਲਿਆਂ ਲਈ ਉੱਥੇ ਕੋਈ ਜਗ੍ਹਾ ਨਹੀਂ। ਇਸ ਕਰਕੇ ਤੂੰ ਇੱਧਰਲੇ ਪਾਸੇ ਆ, ਜਿਹਨੂੰ ਬੰਦਗੀ ਕਹਿੰਦੇ ਆ। ਤਾਂ ਉਹਨਾਂ ਦੀਆਂ ਗਜ਼ਲਾਂ
ਤੇ ਇਹ ਠੇਠ ਅਰਥ ਆਪਾਂ ਕਰਦੇ ਹਾਂ, ਕਿਉਂਕਿ ਇਸ ਤੋਂ ਉੱਪਰ ਕੁਝ ਨਹੀਂ। ਜੋ ਗੁਰਬਾਣੀ ਆ, ਗੁਰਬਾਣੀ ਦੇ ਅਰਥ ਬਹੁਤ ਡੂੰਘੇ ਆ। ਉਹਨੂੰ ਸਮਝਣ ਲਈ ਭਾਈ ਗੁਰਦਾਸ ਜੀ ਨੂੰ ਪੜ੍ਹਨਾ ਪੈਂਦਾ, ਜਿਹਦੇ 'ਤੇ ਬਾਹਲੀ ਕਿਰਪਾ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸਮਝ ਆ ਜਾਂਦੇ ਆ। ਪਰ ਜੇ ਨਾ ਆਉਣ ਫਿਰ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ, ਉਹਨਾਂ ਦੇ ਕਵਿੱਤ ਪੜ੍ਹਦੇ ਹਾਂ। ਜੇਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਝਣਾ ਹੋਵੇ, ਉਹਨਾਂ ਦੇ ਪ੍ਰੇਮ ਨੂੰ, ਫਿਰ ਉਹਨਾਂ ਦੇ ਸਭ ਤੋਂ ਅਨੰਨ ਪਿਆਰੇ ਭਾਈ ਨੰਦ ਲਾਲ ਜੀ ਨੂੰ ਪੜ੍ਹਨਾ ਪੈਂਦਾ। ਉਹਦੇ ਕਰਕੇ ਸਾਨੂੰ ਉਹਨਾਂ ਦੇ ਰਾਹ ਦੀ ਸੋਝੀ ਆਉਂਦੀ ਹੈ। ਤਾਂ ਅੱਜ ਧੰਨ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ, ਉਹਨਾਂ ਦਾ ਜੋਤੀ ਜੋਤ ਦਿਵਸ ਹੈ। ਅੱਜ ਦੇ ਦਿਨ 1581 ਈਸਵੀ ਦੇ ਵਿੱਚ ਆਪ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜੋਤੀ ਜੋਤ ਸਮਾਏ। ਉਹਦਾ ਇਤਿਹਾਸ ਕੀ ਆ, ਆਓ ਆਪਣੇ ਇਤਿਹਾਸ ਬਾਰੇ ਜਾਣੀਏ। ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਤਿੰਨਾਂ ਪੁੱਤਾਂ ਵਿੱਚੋਂ ਬਾਬਾ ਪ੍ਰਿਥੀ ਚੰਦ ਸਭ ਤੋਂ ਵੱਡੇ ਸਨ। ਬਾਬਾ ਮਹਾਦੇਵ ਜੀ ਦੂਜੇ ਨੰਬਰ 'ਤੇ ਨੇ। ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਆ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਇਹ ਗੁਰਤਾ ਗੱਦੀ ਪਰਖ ਕੇ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਆ। ਇਹ ਕੱਲ੍ਹ ਤੁਸੀਂ ਸਰਵਣ ਕੀਤਾ, ਇਹਨੂੰ ਨਹੀਂ ਆਪਾਂ ਦੁਹਰਾਵਾਂਗੇ। ਕਿਵੇਂ ਉਹ ਲਾਹੌਰ ਤੋਂ ਆਏ ਸੀਗੇ, ਕਿਸ ਤਰ੍ਹਾਂ ਪਰਖ ਹੋਈ ਆ। ਬਾਬਾ ਜੀ ਨੇ, ਪ੍ਰਿਥੀ ਚੰਦ ਨੇ ਚਿੱਠੀਆਂ ਲੁਕੋਈਆਂ ਅਤੇ ਉਹਨਾਂ ਦਾ ਝੂਠ ਉਗੜਿਆ। ਗੁਰੂ ਅਰਜਨ ਦੇਵ ਜੀ ਨੂੰ ਗੱਦੀ ਦਿੱਤੀ ਗਈ ਹੈ। ਇਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਕੋਲ ਬਾਬਾ ਪ੍ਰਿਥੀ ਚੰਦ ਆਏ, ਕਹਿਣ ਲੱਗੇ, ਪਿਤਾ ਜੀ ਤੁਸੀਂ ਠੀਕ ਨਹੀਂ ਕੀਤਾ, ਮੈਂ ਵੱਡਾ ਸੀ, ਗੱਦੀ ਮੈਨੂੰ ਮਿਲਣੀ ਚਾਹੀਦੀ ਸੀ। ਗੁਰੂ ਅਰਜਨ ਦੇਵ ਜੀ ਨੇ ਬੜੇ ਪਿਆਰ ਨਾਲ ਕਿਹਾ, ਪੁੱਤਰ ਜੀ ਇਹ ਜਿਹੜੀ ਦਾਤ ਆ ਨਾ, ਇਹ ਧੁਰੋਂ ਲਿਖੀ ਹੁੰਦੀ ਆ। ਧੁਰ ਮਸਤਕ ਜਿਨ ਕੋ ਲਿਖਿਆ, ਉਹਨਾਂ ਨੂੰ ਹੀ ਇਹ ਪ੍ਰਾਪਤ ਹੁੰਦੀ ਆ। ਤੁਸੀਂ ਵੇਖੋ ਨਾ, ਗੁਰੂ ਨਾਨਕ ਸਾਹਿਬ ਜੀ ਨੇ ਗੱਦੀ ਆਪਣੇ ਸੇਵਕ ਨੂੰ ਦਿੱਤੀ ਆ, ਪੁੱਤਰਾਂ ਨੂੰ ਨਹੀਂ ਦਿੱਤੀ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀ ਆ, ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ। ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਨੂੰ ਦੇ ਸਕਦੇ ਸੀ, ਨਹੀਂ ਦਿੱਤੀ ਨਾ। ਇਹ ਗੁਣਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਇਹ ਗੁਰੂ ਅਰਜਨ ਦੇਵ ਜੀ ਵਿੱਚ ਗੁਣ ਸੀ, ਕੁਝ ਭਗਤੀ ਵਾਲੇ, ਭਾਉ ਵਾਲੇ। ਉਹਨਾਂ ਦੀ ਸ਼ਾਂਤੀ ਨੂੰ ਵੇਖ ਕੇ ਅਸੀਂ ਉਹਨਾਂ ਨੂੰ ਦਿੱਤੀ ਆ। ਅਤੇ ਤੁਹਾਨੂੰ ਦੇ ਵੀ ਦਿੰਦੇ ਨਾ, ਅਤੇ ਤੁਸੀਂ ਇਹਦੇ ਕਾਬਲ ਨਹੀਂ ਸੀ, ਇਹਨੂੰ ਰੱਖ ਸਕਦੇ। ਫਿਰ ਉਹ ਲੜਨ ਲੱਗ ਗਏ ਗੁਰੂ ਅਰਜਨ ਦੇਵ ਜੀ ਨਾਲ। ਗੁਰੂ ਸਾਹਿਬ ਜੀ ਪ੍ਰੇਮ ਨਾਲ ਬਿਠਾਉਂਦੇ ਆ ਉਹਨਾਂ ਨੂੰ, ਗੁਰੂ ਰਾਮਦਾਸ ਜੀ ਪ੍ਰੇਮ ਨਾਲ ਬਿਠਾਉਂਦੇ ਆ। ਕਹਿੰਦੇ ਨੇ ਕਿ ਕਾਹੇ ਪੂਤ ਝਗਰਤ ਹੋਂ ਸੰਗ ਬਾਪ। ਇਹ ਸ਼ਬਦ ਉਹਨਾਂ ਦਾ ਹੀ ਆ, ਗੁਰੂ ਰਾਮਦਾਸ ਜੀ ਦਾ, ਸਾਰੰਗ ਰਾਗ ਵਿੱਚ, ਕਿ ਪੁੱਤਰ ਜੀ ਆਪਦੇ ਪਿਤਾ ਨਾਲ ਝਗੜਾ ਨਹੀਂ ਕਰੀਦਾ ਹੁੰਦਾ, ਜਿਹਦੀ ਵਜ੍ਹਾ ਨਾਲ ਸਾਡਾ ਜਨਮ ਹੋਇਆ ਹੋਵੇ। ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸੋ ਝਗਰਤ ਪਾਪ। ਦੇਖੋ ਪੁੱਤਰ ਜੀ, ਜਿਸ ਪਿਤਾ ਦੇ ਕਰਕੇ ਸਾਡਾ ਜਨਮ ਹੋਇਆ ਹੋਵੇ, ਜਿਹੜੇ ਮਾਤਾ ਪਿਤਾ ਸਾਨੂੰ ਪਾਲ ਕੇ ਵੱਡੇ ਕਰਦੇ ਆ, ਉਹਨਾਂ ਦੇ ਅੱਗੇ ਆਪਣੀ ਜ਼ੁਬਾਨ, ਇਹ ਜਿਹੜੀ ਰਸਨਾ ਹੈ, ਉਹਦੇ ਨਾਲ ਕੌੜੇ ਬੋਲ ਨਹੀਂ ਬੋਲਣੇ ਚਾਹੀਦੇ, ਜਿਨ੍ਹਾਂ ਨੇ ਤੁਹਾਨੂੰ ਬੋਲਣਾ ਸਿਖਾਇਆ ਹੋਵੇ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸੋ ਝਗਰਤ ਪਾਪ। ਤੁਹਾਨੂੰ ਹੰਕਾਰ ਕਿਸ ਗੱਲ ਦਾ ਹੈ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ। ਅਤੇ ਬਾਬਾ ਪ੍ਰਿਥੀ ਚੰਦ ਕੋਲ ਬਹੁਤ ਮਾਇਆ ਸੀ। ਕਹਿਣ ਲੱਗੇ, ਪੁੱਤਰ ਜੀ ਇਹ ਮਾਇਆ ਦਾ ਕਿਉਂ ਹੰਕਾਰ ਕਰਦੇ ਹੋ, ਇਹ ਮੇਰੇ ਕੋਲ ਵੀ ਬਹੁਤ ਆ, ਪਰ ਅੱਜ ਤੱਕ ਇਹ ਕਿਸੇ ਦੀ ਸਕੀ ਨਾ ਹੋ ਸਕੀ, ਅਤੇ ਤੁਹਾਡੀ ਕਿਵੇਂ ਹੋ ਜਾਏਗੀ। ਪੈਸੇ ਕਿਸੇ ਦੇ ਸਕੇ ਨਹੀਂ ਹੁੰਦੇ। ਜਦੋਂ ਬੰਦਾ ਮਰ ਜਾਂਦਾ, ਇਹ ਜਦੋਂ ਤੁਰੰਤ ਹੀ ਦੂਜੇ ਦੇ ਹੋ ਜਾਂਦੇ। ਤੂੰ ਕਿਉਂ ਇਹਨਾਂ ਦੇ ਪਿੱਛੇ ਲੱਗ ਕੇ ਇੰਨਾ ਹੰਕਾਰ ਕਰਨਾ ਪੁੱਤਰ। ਬਹੁਤ ਸਮਝਾਇਆ, ਪਰ ਬਾਬਾ ਪ੍ਰਿਥੀ ਚੰਦ ਨਾ ਮੰਨੇ। ਖੈਰ ਇਹ ਵਿਸ਼ਾ ਹੋਰ ਆ ਅੱਗੇ। ਫਿਰ ਉਹ ਨਹੀਂ ਮੰਨਦੇ, ਤਾਂ ਫਿਰ ਉਹਨਾਂ ਦਾ ਸੁਭਾਅ ਇੱਦਾਂ ਸਮਝ ਲਓ, ਹੈਗੇ ਗੁਰੂ ਪੁੱਤਰ। ਫਿਰ ਗੁਰੂ ਰਾਮਦਾਸ ਜੀ ਕਹਿੰਦੇ ਨਾ, ਹੁਣ ਅਸੀਂ ਗੋਇੰਦਵਾਲ ਸਾਹਿਬ ਜਾਣਾ ਚਾਹੁੰਦੇ ਹਾਂ ਜੀ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਜਾਵਾਂਗੇ। ਉੱਥੇ ਹੀ ਜਿਹੜਾ ਸਾਡਾ ਸਰੀਰ ਆ,
ਆਖਰੀ ਪਾਲਾ ਉੱਥੇ ਬਤੀਤ ਕਰਨੇ ਆ। ਸਾਰਾ ਪਰਿਵਾਰ, ਬੀਬੀ ਭਾਨੀ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਹੋਰ ਸੰਗਤਾਂ ਗੋਇੰਦਵਾਲ ਸਾਹਿਬ ਜਾਂਦੀਆਂ ਨੇ। ਉੱਥੇ ਜਾ ਕੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਜਿਹੜੇ ਕਿ ਰਿਸ਼ਤੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਆ। ਗੁਰੂ ਰਾਮਦਾਸ ਜੀ ਫਿਰ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਦੀ ਬਾਂਹ ਫੜ ਕੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਨੂੰ ਫੜਾ ਕੇ ਕਹਿੰਦੇ ਆ, ਆਪਣੇ ਭਾਣਜੇ ਦਾ ਮੇਰੇ ਜਾਣ ਤੋਂ ਬਾਅਦ ਖਿਆਲ ਰੱਖਣਾ, ਇਹਨੂੰ ਆਪਦੇ ਪੁੱਤਾਂ ਦੇ ਵਾਂਗ ਸਮਝਣਾ। ਇਸ ਕਰਕੇ ਅੱਜ ਤੋਂ ਬਾਅਦ ਇਹੀ ਨੇ ਪੰਜਵੇਂ ਗੁਰੂ ਨਾਨਕ, ਜੋ ਕਾਰਜ ਕਰਨਗੇ ਇਹਨਾਂ ਦਾ ਸਾਥ ਦੇਣਾ। ਇਸ ਤਰ੍ਹਾਂ ਆਖ ਕੇ ਬੌਲੀ ਸਾਹਿਬ 'ਚ ਇਸ਼ਨਾਨ ਕਰਦੇ ਆ, ਦੀਵਾਨ ਸਜਾਉਂਦੇ ਆ, ਅਤੇ ਫਿਰ ਉਹ ਵੀ ਦਿਨ ਆ ਜਾਂਦਾ ਜਿਹਨੂੰ ਆਪਾਂ ਅੱਜ ਦਾ ਦਿਨ ਸੀ। ਉਹ ਈਸਵੀ 1581 ਈਸਵੀ ਸੀ। ਇਹਦੇ ਵਿੱਚ ਗੁਰੂ ਮਹਾਰਾਜ ਨੇ 46 ਸਾਲ 11 ਮਹੀਨੇ ਅਤੇ 7 ਦਿਨ ਉਹਨਾਂ ਦੀ ਉਮਰ ਬਣਦੀ ਆ ਗੁਰੂ ਰਾਮਦਾਸ ਜੀ ਦੀ। ਇਤਨੀ ਕੁ ਉਮਰ ਬਤੀਤ ਕਰਦੇ ਹੋਏ ਅਤੇ 7 ਸਾਲ ਗੁਰਤਾ ਗੱਦੀ ਦੀ ਸੇਵਾ ਕਰਕੇ ਆਪ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਇਸ ਤਰ੍ਹਾਂ ਜੋਤੀ ਜੋਤ ਸਮਾ ਜਾਂਦੇ ਆ ਗੁਰੂ ਰਾਮਦਾਸ ਜੀ ਮਹਾਰਾਜ। ਫਿਰ ਜਿਹੜੇ ਸਭ ਤੋਂ ਵੱਧ ਸਵਈਏ ਆ, ਭੱਟ ਸਾਹਿਬਾਨਾਂ ਦੀ ਬਾਣੀ ਆ, 60 ਸਵਈਏ ਭੱਟ ਸਾਹਿਬਾਨ, ਉਹਨਾਂ ਸਾਰਿਆਂ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਉਚਾਰੇ ਆ ਸਭ ਤੋਂ ਵੱਧ 60। ਉਹਨਾਂ 'ਚੋਂ ਇੱਕ ਸਵਈਆ ਸਰਵਣ ਕਰੋ, ਜਿਹੜਾ ਜੋਤੀ ਜੋਤ ਸਮਾਏ ਆ ਉਹਨੂੰ ਲੈ ਕੇ ਆ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਜਦੋਂ ਗੁਰੂ ਰਾਮਦਾਸ ਜੀ, ਤੁਸੀਂ ਦੁਨੀਆ ਤੋਂ ਜਾਣੇ ਹੋ, ਤੁਸੀਂ ਪਰਲੋਕ ਜਾਣੇ ਹੋ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਉਦੋਂ ਰੱਬ ਨੇ ਆਪਦਾ ਸਿੰਘਾਸਨ ਛੱਡ ਕੇ ਤੁਹਾਨੂੰ ਜੀ ਆਇਆਂ ਕਿਹਾ। ਹਰ ਸਿੰਘਾਸਣ ਦਿਓ, ਆਪਦਾ ਸਿੰਘਾਸਨ ਛੱਡ ਕੇ ਤੁਹਾਨੂੰ ਉਹਦੇ 'ਤੇ ਬਿਠਾਇਆ। ਹਰ ਸਿੰਘਾਸਣ ਦਿਓ ਸ੍ਰੀ ਗੁਰ ਤੈ ਬਿਠਾਇਓ, ਗੁਰੂ ਰਾਮਦਾਸ ਜੀ ਨੂੰ ਬਿਠਾਇਆ। ਰੱਬ ਨੇ ਆਪਦਾ ਆਸਨ ਛੱਡ ਕੇ ਜਦੋਂ ਸੱਚਖੰਡ ਗਏ ਆ ਅਤੇ ਉਦੋਂ ਉਹਨਾਂ ਨੂੰ ਉੱਥੇ ਬਿਠਾਇਆ। ਰਹੱਸ ਕੀਓ ਸੁਰਦੇਵ, ਸੁਰਦੇਵ ਤੋਂ ਭਾਵ ਦੇਵਤੇ, ਰਹੱਸ ਤੋਂ ਭਾਵ ਖੁਸ਼ੀ, ਦੇਵਤਿਆਂ ਨੇ ਖੁਸ਼ੀ ਮਨਾਈ ਆ। ਤੋਹੇ ਜਸ ਤੇਰਾ ਜਸ ਗਾ ਕੇ ਜੈ ਜੈ, ਤੁਹਾਡੀ ਜੈ ਜੈ ਜਪਹੇ। ਆਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕਪਹੇ। ਇਸ ਤਰ੍ਹਾਂ ਫਿਰ ਜਿਹੜੇ ਉਹ ਆਸੁਰ ਸਨ, ਮਾੜੇ ਲੋਕ ਸੀ, ਤੁਸੀਂ ਜਦੋਂ ਉੱਥੇ ਜਾਂਦੇ ਹੋ ਸਾਰਿਆਂ ਨੂੰ ਨੱਸਣਾ ਪੈ ਗਿਆ, ਉਹ ਥਰ ਥਰ ਕੰਬਣ ਲੱਗੇ ਗੁਰੂ ਰਾਮਦਾਸ ਜੀ। ਇਸ ਕਰਕੇ ਤੁਸੀਂ ਦੁਨੀਆ 'ਤੇ ਆਏ, 46 ਸਾਲ 11 ਮਹੀਨੇ 7 ਦਿਨ ਰਹੇ ਸਰੀਰ ਕਰਕੇ, 7 ਸਾਲ ਤੁਸੀਂ ਗੁਰਤਾ ਗੱਦੀ ਕੀਤੀ ਆ। ਹੇ ਗੁਰੂ ਰਾਮਦਾਸ ਜੀ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤਾਪ ਸਿਰਜਣਹਾਰੇ ਧਾਰਿਆ। ਇਸ ਕਰਕੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਨਮਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਤੁਸੀਂ ਹੀ ਗੁਰੂ ਨਾਨਕ ਦੇਵ ਜੀ ਦਾ ਰੂਪ ਸੀ, ਤੁਸੀਂ ਹੀ ਭਾਈ ਲਹਿਣਾ ਜੀ ਸੀ, ਤੁਸੀਂ ਹੀ ਗੁਰੂ ਅਮਰਦਾਸ ਜੀ ਸੀ, ਕੋਈ ਤੁਹਾਡੇ 'ਚ ਫਰਕ ਨਹੀਂ। ਇਹ ਗੱਲ ਅਸੀਂ ਵਿਚਾਰੀ ਆ। ਛਤਰ ਸਿੰਘਾਸਣ ਪ੍ਰਿਥਵੀ, ਗੁਰ ਅਰਜਨ ਕੋ ਦੇ ਆਇਓ। ਜ਼ਮੀਨ 'ਤੇ ਧਰਤੀ 'ਤੇ ਆਪਦਾ ਛਤਰ, ਆਪਦਾ ਸਿੰਘਾਸਣ ਆਪਦੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਤੁਸੀਂ ਰੱਬ ਦੇ ਚਰਨਾਂ ਵਿੱਚ ਆ ਕੇ ਸਮਾ ਗਏ ਹੋ। ਰੱਬ ਨੇ ਆਪਦਾ ਆਸਣ ਛੱਡ ਕੇ ਤੁਹਾਨੂੰ ਆਪਦੀ ਜਗ੍ਹਾ 'ਤੇ ਬਿਠਾਇਆ। ਅੱਜ ਦੇ ਦਿਨ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ। ਇਹ ਸਾਡਾ ਇਤਿਹਾਸ ਸੀ। ਗੁਰੂ ਮਹਾਰਾਜ ਕਿਰਪਾ ਕਰਨ। ਪੜ੍ਹੀ ਸੁਣੀ ਬਾਣੀ ਜੋ ਸਾਡਾ ਇਤਿਹਾਸ ਆ, ਇਹਦੇ ਨਾਲ ਵੀ ਪ੍ਰੇਮ ਬਣਾਵੇ। ਪੁਰਾਣੀਆਂ ਇਮਾਰਤਾਂ, ਪੁਰਾਣੇ ਗ੍ਰੰਥ, ਇਹ ਗੱਲ ਚੇਤੇ ਰੱਖਣੀ, ਸਾਡਾ ਇਤਿਹਾਸ, ਇਹਨਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਜਿਹੜੀਆਂ ਕੌਮਾਂ ਨੇ ਆਪਣੇ ਪੁਰਾਤਨ ਗ੍ਰੰਥ ਗਵਾ ਦਿੱਤੇ, ਜਿਹੜੀਆਂ ਕੌਮਾਂ ਨੇ ਆਪਣੀਆਂ ਪੁਰਾਣੀਆਂ ਇਮਾਰਤਾਂ ਗਵਾ ਦਿੱਤੀਆਂ, ਜਿਹੜੀ ਕੌਮ ਨੇ ਆਪਣਾ ਇਤਿਹਾਸ ਭੁਲਾ ਦਿੱਤਾ, ਉਹ ਕੌਮ ਨੂੰ ਖਤਮ ਕਰਨ ਦੀ ਲੋੜ ਨਹੀਂ ਪੈਂਦੀ, ਆਪੇ ਹੀ ਖਤਮ ਹੋ ਜਾਂਦੀ। ਪੁਰਾਤਨ ਗ੍ਰੰਥ, ਪੁਰਾਤਨ ਇਮਾਰਤਾਂ ਅਤੇ ਇਹ ਗੁਰੂ ਮਹਾਰਾਜ ਦਾ ਇਤਿਹਾਸ, ਇਹਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਸਾਂਭਣਾ ਕਿਹਨਾਂ ਨੇ ਹੁੰਦਾ? ਅਸੀਂ ਸਾਂਭਣਾ, ਅਗਲੀਆਂ ਪੀੜ੍ਹੀਆਂ ਨੂੰ ਦੱਸਾਂਗੇ, ਅਗਲੀਆਂ ਪੀੜ੍ਹੀਆਂ ਸਾਂਭਣਗੀਆਂ, ਉਹ ਆਪਦੇ ਨਿਆਣਿਆਂ ਨੂੰ ਦੱਸਣਗੀਆਂ।
साडा फर्ज बनता। भुल चुक दी खिमा। गुरु रामदास जी की शान बहुत उच्ची है। बोलदियां तो एक नहीं बहुत भुल्लां हो गईयां। हाँ जी, गुरु की संगत ते सतगुरु जी सानू बख्श लैन। आओ जो भाई नंद लाल साहिब जी आपदियां गज़लां च कहंदे आ, मुड़ मुड़ के बार बार ही कहंदे आ, बंदगी बंदगी बंदगी, पर शौक नाल वाहिगुरू कहिए फिर मुल पवेगा। गुरु साहब सरबत दा भला करन जी। वाहे गुरु वाहे गुरु वाहे गुरु वाहे गुरु वाहे गुरु वाहे गुरु